ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਿਧਾਂਤਾਂ ਦੀ ਵਿਚਾਰ ਆਰੰਭ ਕੀਤੀ ਹੋਈ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਇੱਕ ਇਹ ਮਹਾਨ ਸਿਧਾਂਤ ਅਸੀਂ ਵਿਚਾਰ ਕਰਾਂਗੇ। ਇਨਸਾਨ ਨੂੰ ਆਲਸੀ ਦਲਿਦਰੀ ਬਣ ਕੇ ਰਹਿਣ ਦੀ ਗੁਰੂ ਗ੍ਰੰਥ ਸਾਹਿਬ ਮਨਾਹੀ ਕਰਦੇ ਹਨ ਕਿ ਇਨਸਾਨ ਆਲਸੀ ਦਲਿਦਰੀ ਨਾ ਹੋਵੇ। ਇਨਸਾਨ ਮਿਹਨਤ ਮਸ਼ੱਕਤ ਕਰਕੇ ਰੋਜ਼ੀ ਰੋਟੀ ਕਮਾ ਕੇ ਆਪਣੇ ਸਰੀਰਕ ਨਿਰਵਾਹ ਕਰੇ, ਪਰਿਵਾਰ ਦਾ ਨਿਰਵਾਹ ਵੀ ਕਰੇ ਅਤੇ ਨਾਲੋਂ ਨਾਲ ਉਦਮੀ ਬਣ ਕੇ ਅੰਮ੍ਰਿਤ ਵੇਲੇ ਜਾ ਕੇ ਨਾਮ ਬਾਣੀ ਦਾ ਸਿਮਰਨ ਕਰੇ, ਪਰਮਾਤਮਾ ਦੀ ਬੰਦਗੀ ਕਰੇ। ਇਹਦੇ ਬਾਰੇ ਹੁਕਮ ਹੈ, ਉਦਮ ਕਰੈਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਛ। ਉਦਮ ਕਰਕੇ ਤੂੰ ਨਾਮ ਦੀ ਕਮਾਈ ਕਰ, ਦੁਨਿਆਵੀ ਧਨ ਦੌਲਤ ਦੀ ਵੀ ਕਮਾਈ ਕਰ, ਫਿਰ ਤੂੰ ਸੁਖ ਪ੍ਰਾਪਤ ਕਰੇਗਾ। ਨਾਮ ਨਾਲ ਤੈਨੂੰ ਆਤਮਿਕ ਸੁਖ ਮਿਲੇਗਾ। ਦੁਨਿਆਵੀ ਪਦਾਰਥਕ ਕਮਾਈ ਨਾਲ ਤੇਰੀ ਸਰੀਰਕ ਜ਼ਰੂਰਤਾਂ ਪੂਰੀਆਂ ਹੋਣਗੀਆਂ। ਉਦਮ ਕਰੈਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਛ, ਧਿਆਂਦੇ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਅਤੇ ਪਰਮਾਤਮਾ ਵੱਲ ਧਿਆਨ ਕਰਕੇ ਉਹਦਾ ਸਿਮਰਨ ਕਰ, ਤੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਤੂੰ ਗੁਰਮਤਿ ਵਿਹਲੜਾਂ ਨੂੰ ਕੋਈ ਮਾਣ ਨਹੀਂ ਦਿੰਦੀ। ਵਿਹਲੇ ਰਹਿ ਕੇ ਦੂਜਿਆਂ ਦੀ ਰੋਜ਼ੀ ਰੋਟੀ ਤੂੰ ਆਸ ਰੱਖਣੀ ਕਿ ਮੇਰੀ ਕੋਈ ਸੇਵਾ ਕਰ ਜਾਏ, ਮੈਨੂੰ ਕੋਈ ਛਕਾ ਜਾਏ, ਨਹੀਂ। ਇਨਸਾਨ ਦਾ ਕੰਮ ਹੈ ਖੁਦ ਮਿਹਨਤ ਕਰਕੇ ਕਮਾਈ ਕਰਨੀ। ਕਾਲ ਖਾਏ ਕਿ ਚੱਥੂ ਦੇ ਨਾਨਕ ਰਾਹ ਪਛਾਣੇ ਸੀ। ਜਿਹੜੇ ਕਾਲ ਕਮਾਈ ਕਰਕੇ ਆਪ ਹੀ ਖਾਂਦੇ ਨੇ, ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਨੇ ਅਤੇ ਆਪਣੀ ਉਸ ਨੇਕ ਕਮਾਈ ਵਿੱਚੋਂ ਹੋਰਨਾਂ ਦੀਆਂ ਜ਼ਰੂਰਤਾਂ ਵੀ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨ ਦੀ ਲੋੜ ਪੈ ਜਾਏ ਅਤੇ ਉੱਥੇ ਵੀ ਉਹ ਵੱਧ ਉਦਮ ਕਰਕੇ ਕਿਸੇ ਦੀ ਜ਼ਰੂਰਤ ਪੂਰੀ ਕਰਦੇ ਨੇ। ਅਤੇ ਗੁਰੂ ਸਾਹਿਬ ਕਹਿੰਦੇ ਨੇ, ਐਸੇ ਬੰਦੇ ਨਾਨਕ ਰਾਹ ਪਛਾਣੇ ਸੇ। ਜੀਵਨ ਜੁਗਤੀ ਦਾ ਸਹੀ ਰਸਤਾ ਹੈ, ਜ਼ਿੰਦਗੀ ਜੀਵਨ ਦਾ ਸਹੀ ਰਾਹ ਕੀ ਹੈ, ਸਹੀ ਢੰਗ ਕੀ ਹੈ, ਉਹ ਹੀ ਪਛਾਣ ਸਕਦੇ ਨੇ। ਕਿਹੜੇ ਜਿਹੜੇ ਮਿਹਨਤ ਕਰਕੇ ਖਾਂਦੇ ਨੇ, ਦੂਜੇ ਦੀ ਵੀ ਮਦਦ ਕਰਦੇ ਨੇ। ਕਾਲ ਖਾਏ ਕਿ ਛੱਤੂ ਦੇ। ਇਹ ਤਾਂ ਆਦਿ ਕਾਲ ਤੋਂ ਲੈ ਕੇ ਸਾਡੇ ਭਾਰਤ ਦੇ ਵਿੱਚ ਦਾਨ ਪੁੰਨ ਦੀ ਬੜੀ ਮਰਿਆਦਾ ਚਲੀ ਆ ਰਹੀ ਸੀ ਵੀ ਕਿਸੇ ਦੀ ਮਦਦ ਕਰਨੀ। ਲੇਕਿਨ ਗੁਰਮਤਿ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਸ ਦਾਨ ਪੁੰਨ ਨੂੰ ਮਾਨਤਾ ਨਹੀਂ ਦਿੰਦੀ, ਕਿਉਂਕਿ ਉਹਦੇ ਨਾਲ ਦੇਣ ਵਾਲੇ ਦੇ ਵਿੱਚ ਹੰਕਾਰ ਪੈਦਾ ਹੁੰਦਾ ਸੀ, ਲੈਣ ਵਾਲੇ ਵਿੱਚ ਹੀਨ ਭਾਵ ਆਉਂਦਾ ਸੀ। ਗੁਰਮਤਿ ਕਾਲ ਖਾਏ ਕਿ ਝੱਥੂ ਦੇ ਦਾ ਮਾਰਗ ਮਤਲਬ ਵੰਡ ਛਕ ਕੇ ਖਾਣ ਦੀ ਮਰਿਆਦਾ ਹੈ ਇੱਥੇ। ਇਸੇ ਲਈ ਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਨਣ ਵਾਲੇ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਧਾਰਮਿਕ ਕਾਰਜਾਂ ਲਈ, ਗਰੀਬ ਗੁਰਬੇ ਦੀ ਮਦਦ ਲਈ, ਜ਼ਰੂਰਤਮੰਦ ਦੀ ਜਾਇਜ਼ ਮੰਗ ਨੂੰ ਪੂਰੀਆਂ ਕਰਨ ਦੇ ਲਈ ਇਹ ਇੱਕ ਵਿਧਾਨ ਬੱਧਾ ਗਿਆ ਸੀ ਕਿ ਹਰ ਗੁਰਸਿੱਖ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ, ਉਹ ਆਪਣੀ ਨੇਕ ਕਮਾਈ ਕਰਕੇ ਉਹਦੇ 'ਚੋਂ ਦਸਵੰਧ ਭਾਵ ਦਸਵਾਂ ਹਿੱਸਾ ਕੱਢ ਕੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰੇ। ਇੱਥੇ ਮੰਗ ਖਾਣ ਵਾਲਿਆਂ ਨੂੰ ਕੋਈ ਮਾਣ ਨਹੀਂ ਮਿਲਿਆ। ਸਾਧੂ ਸੰਤ ਲੋਕ ਜਿਹੜੇ ਮੰਗ ਕੇ ਖਾਂਦੇ ਸਨ, ਘਰ ਗ੍ਰਸਤੀ ਛੱਡ ਕੇ, ਉਹਨਾਂ ਨੂੰ ਗੁਰੂ ਸਾਹਿਬ ਨੇ ਭੁੱਲੜ ਅਤੇ ਭਗੌੜੇ ਸਮਝਿਆ ਵੀ ਉਹ ਘਰ ਗ੍ਰਸਤੀ ਦੇ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਗਏ ਨੇ। ਤਾਂ ਇੱਥੇ ਮਿਹਨਤ ਕਰਕੇ ਖਾਣ ਦਾ ਹੁਕਮ ਹੈ ਵੀ ਕਾਲ ਖਾਏ ਕਿ ਚੱਥੂ ਦੇ ਨਾਨਕ ਰਾਹ ਪਛਾਣੇ ਸੇ। ਉਹ ਜ਼ਿੰਦਗੀ ਦਾ ਸਹੀ ਰਾਹ ਪਛਾਣਦੇ ਨੇ, ਪਰਮਾਤਮਾ ਮਿਲਾਪ ਦਾ ਵੀ ਰਾਹ ਉਹੀ ਪਛਾਣ ਸਕਦੇ ਨੇ। ਇੱਕ ਤਾਂ ਨੇਕ ਕਿਰਤ ਕਮਾਈ ਕਰਨੀ ਹੈ। ਕਿਸੇ ਵੀ ਰੋਜ਼ੀ ਰੋਟੀ ਕਮਾਉਣ ਦੇ ਜਿਹੜੇ ਵਸੀਲੇ ਨੇ, ਉਹਨਾਂ ਵਿੱਚ ਬੇਈਮਾਨੀ, ਚੋਰੀ, ਹੇਰਾਫੇਰੀ, ਮੁਨਾਫਾਖੋਰੀ, ਰਿਸ਼ਵਤਖੋਰੀ, ਇਹਨਾਂ ਚੀਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਅਪਰਵਾਨ ਕਰਦੇ ਨੇ। ਇਹਨਾਂ ਨੂੰ ਗੁਰੂ ਸਾਹਿਬ ਬਿਲਕੁਲ ਮਨਾਹੀ ਹੈ ਇਸ ਗੱਲ ਦੀ ਕਿ ਹਮੇਸ਼ਾ ਜਿਹੜੀ ਕਮਾਈ ਕੀਤੀ ਜਾਏ ਆਪਣੇ ਹੱਥਾਂ ਨੂੰ 10 ਨਹੁੰਆਂ ਦੀ ਕਮਾਈ ਕੀਤੀ ਜਾਏ, ਕਿਸੇ ਦਾ ਹੱਕ ਮਾਰ ਕੇ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਨਾ ਕੀਤੀਆਂ ਜਾਣ। ਇਸ ਬਾਰੇ ਵੀ ਹੁਕਮ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਹੱਕ ਪਰਾਇਆ, ਕਿਸੇ ਦੂਜੇ ਦਾ ਹੱਕ, ਕਿਸੇ ਦੂਜੇ ਦੀ ਮਿਹਨਤ ਦੀ ਕਮਾਈ, ਚਾਹੇ ਕੋਈ ਵਸਤੂ ਹੈ, ਪਦਾਰਥ ਹੈ ਜਾਂ ਧਨ ਦੌਲਤ ਹੈ। ਇਹ ਇਸ ਤਰ੍ਹਾਂ ਸਮਝਿਆ ਜਾਏ ਜਿਸ ਤਰ੍ਹਾਂ ਉਸ ਸੂਰ ਉਸ ਗਾਏ। ਇਹ ਉਸ ਲਫ਼ਜ਼ ਜਿਹੜਾ 2 ਵਾਰ ਆਇਆ ਹੈ, ਕਿਉਂਕਿ ਉਸ ਵਕਤ ਗੁਰੂ ਨਾਨਕ ਸਾਹਿਬ ਦੇ ਸਾਹਮਣੇ 2 ਹੀ ਮੁੱਖ ਮਜ਼ਹਬ ਮੰਨਣ ਵਾਲੇ ਫਿਰਕੇ ਸਨ, ਹਿੰਦੂ ਔਰ ਮੁਸਲਮਾਨ। ਅਤੇ ਮੁਸਲਮਾਨ ਜੋ ਹੈ ਉਹ ਸੂਰ ਤੋਂ ਪਰਹੇਜ਼ ਕਰਦਾ ਸੀ ਅਤੇ ਹਿੰਦੂ ਗਾਏ ਦਾ ਸਤਿਕਾਰ ਕਰਦਾ ਸੀ। ਗਾਂ ਦਾ ਮਾਸ ਇਸਤੇਮਾਲ ਕਰਨਾ ਪਾਪ ਸਮਝਦਾ ਸੀ। ਅਤੇ ਦੋਵਾਂ ਵੱਲ ਇਸ਼ਾਰਾ ਕੀਤਾ ਕਿ ਜਿਸ ਤਰ੍ਹਾਂ ਇੱਕ ਮੁਸਲਮਾਨ ਸੂਰ ਤੋਂ ਪਰਹੇਜ਼ ਕਰਦਾ ਹੈ, ਮਮਾਨਤ ਹੈ, ਜਿਸ ਤਰ੍ਹਾਂ ਹਿੰਦੂ ਵਾਸਤੇ ਗਾਂ ਦੀ ਉਹ ਪੂਜਾ ਪ੍ਰਤਿਸ਼ਠਾ ਕਰਦੇ ਨੇ ਅਤੇ ਉਸ ਨੂੰ ਮਾਣ ਦਿੰਦੇ ਨੇ, ਉਹਦਾ ਉਹ ਮਾਸ ਨਹੀਂ ਖਾਂਦੇ। ਜਿਸ ਤਰ੍ਹਾਂ ਇੱਕ ਹਿੰਦੂ ਉੱਠ ਕੇ ਗਊ ਦਾ ਮਾਸ ਖਾਏ ਜਾਂ ਮੁਸਲਮਾਨ ਸੂਰ ਦਾ ਖਾਏ, ਇਸ ਸਮਾਨ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਉਹ ਕਿਸੇ ਪਰਾਏ ਦਾ ਹੱਕ ਮਾਰੇ। ਇਤਨਾ ਗੁਰੂ ਸਾਹਿਬ ਨੇ ਤਾੜਨਾ ਨਾਲ ਇਹ ਲਫ਼ਜ਼ ਵਰਤੇ ਕਿ ਇਤਨਾ ਮਾੜਾ ਕੰਮ ਹੈ ਜਿਤਨਾ ਉਹਨਾਂ ਦੋਵਾਂ ਫਿਰਕਿਆਂ ਲਈ ਇਹ ਕੰਮ ਬਹੁਤ ਮਾੜਾ ਹੈ। ਇਸੇ ਤਰ੍ਹਾਂ ਪਰਾਇਆ ਖਾਣ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਨਹੀਂ ਹੋ ਸਕਦਾ। ਗੁਰ ਪੀਰ ਹਾਮਾ ਤਾਂ ਭਰੇ, ਗੁਰ ਪੀਰ ਭਾਵ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਰੂਪ ਹਨ, ਇਹ ਤੁਹਾਡੀ ਹਾਮੀ ਤਾਂ ਭਰਨਗੇ, ਤਾਂ ਤੁਹਾਡੀ ਬਾਂਹ ਫੜਨਗੇ,
ਤਾਂ ਇਹਨਾਂ ਦਾ ਗਿਆਨ ਤੁਹਾਡੇ ਮਨ 'ਚ ਖੁੱਲ੍ਹੇਗਾ, ਤੁਹਾਨੂੰ ਇਹਦਾ ਆਨੰਦ ਮਿਲੇਗਾ। ਜਾਂ ਮੁਰਦਾਰ ਨਾ ਖਾਏ, ਇਹ ਪਰਾ ਹੱਕ ਜੋ ਮੁਰਦਾ ਖਾਣ ਸਮਾਨ ਹੈ ਇਹ ਨਾ ਖਾਵੇ। ਤੋ ਇਹ ਇੱਕ ਬਹੁਤ ਵੱਡਾ ਮਹਾਨ ਸਿਧਾਂਤ ਹੈ ਕਿ ਇਨਸਾਨ ਆਪਣੀ ਮਿਹਨਤ ਦੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਨਿਰਵਾਹ ਕਰੇ, ਕਿਸੇ ਦੇ ਹੱਕ ਨਾ ਮਾਰੇ। ਅੱਜ ਹੱਕ ਮਾਰਨ ਦੀ ਜਿਹੜੀ ਮਰਿਆਦਾ ਹੈ ਇਹ ਤੇ ਦੁਨੀਆ ਭਰ ਵਿੱਚ ਬੇਇਨਸਾਫੀਆਂ ਦਾ ਹੜ੍ਹ ਲੈ ਕੇ ਆਈ ਹੋਈ ਹੈ। ਦਫ਼ਤਰਾਂ ਵਿੱਚ ਜਾਓ, ਰਿਸ਼ਵਤਖੋਰ ਮੁਲਾਜ਼ਮ ਬੈਠੇ ਨੇ। ਥਾਣਿਆਂ ਚੌਕੀਆਂ ਵਿੱਚ ਜਾਓ, ਜਿਨ੍ਹਾਂ ਦਾ ਕੰਮ ਹੈ ਕਿ ਜੁਰਮ ਕਰਨ ਵਾਲਿਆਂ ਨੂੰ ਉਹਨਾਂ ਦੇ ਖਿਲਾਫ ਜੁਰਮ ਸਾਬਤ ਕਰਕੇ ਅਦਾਲਤਾਂ ਦੇ ਹਵਾਲੇ ਕਰਨਾ ਤਾਂ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਉਹ ਆਪ ਹੀ ਰਿਸ਼ਵਤਖੋਰ ਬਣੇ ਬੈਠੇ ਨੇ। ਡਾਕਟਰ ਲੋਕ ਜਿਨ੍ਹਾਂ ਦੀਆਂ ਬਹੁਤ ਕਮਾਈਆਂ ਨੇ, ਉਹ ਵੀ ਅਯੋਗ ਤਰੀਕੇ ਵਰਤ ਕੇ ਕਮਾਈ ਕਰਨ ਦੀ ਕੋਸ਼ਿਸ਼ ਕਰਦੇ ਨੇ। ਸਾਡੀਆਂ ਫੌਜਾਂ ਮਿਲਟਰੀਜ਼ ਬਚੀ ਦੀ ਸਨ, ਅੱਜ ਕੱਲ੍ਹ ਉਹਨਾਂ ਫੌਜਾਂ ਵਿੱਚ ਵੀ ਰਿਸ਼ਵਤਖੋਰੀ ਚੋਰੀ ਦੇ ਕਈ ਕੇਸ ਜਿਹੜੇ ਨੇ ਪਕੜੇ ਗਏ ਨੇ। ਧਾਰਮਿਕ ਦੁਨੀਆ ਦੇਖੀਏ, ਧਾਰਮਿਕ ਦੁਨੀਆ ਵਿੱਚ ਵੀ ਲੁੱਟ ਖਸੁੱਟ ਲੱਗੀ ਹੋਈ ਹੈ। ਅਗਰ ਧਾਰਮਿਕ ਅਸਥਾਨਾਂ ਸਾਰਿਆਂ ਦੇ ਆਡਿਟ ਕਰਾਏ ਜਾਣ ਤੇ ਮੇਰੇ ਖਿਆਲ ਹੈ ਪ੍ਰਬੰਧਕ ਕੋਈ ਵਿਰਲਾ ਬਚੇਗਾ ਜਿਹਦੇ ਖਿਲਾਫ ਕੋਈ ਗਬਨ ਜਾਂ ਧਾਰਮਿਕ ਧਨ ਦੌਲਤ ਲੋਕਾਂ ਦੀ ਸ਼ਰਧਾ ਵਾਲਾ ਪੈਸਾ ਜਿਹੜਾ ਇਕੱਤਰ ਹੋਇਆ ਹੈ ਉਸ ਦਾ ਨਜਾਇਜ਼ ਇਸਤੇਮਾਲ ਨਾ ਲੱਭੇ। ਇਹ ਐਸਾ ਕੋਈ ਵਿਰਲਾ ਹੀ ਲੱਭੇਗਾ। ਤਕਰੀਬਨ ਬਹੁਤ ਸਾਰੇ ਇਸ ਮਾਮਲੇ ਵਿੱਚ ਵੀ ਚੋਰ ਬਾਜ਼ਾਰੀ ਕਰਦੇ ਹੀ ਪਕੜੇ ਜਾਣਗੇ। ਤੋ ਸਮਾਜ ਦੇ ਵਿੱਚ ਇਸ ਵਕਤ ਗਰੀਬ ਜਿਹੜਾ ਹੈ ਉਹ ਦਿਨ ਬ ਦਿਨ ਗਰੀਬ ਹੁੰਦਾ ਜਾ ਰਿਹਾ ਹੈ, ਅਮੀਰ ਦਿਨ ਬ ਦਿਨ ਅਮੀਰ ਹੁੰਦਾ ਜਾ ਰਿਹਾ ਹੈ, ਕਿਉਂਕਿ ਉਹਦੇ ਕੋਲ ਪੈਸਾ ਕਮਾਉਣ ਦੇ ਜ਼ਰੀਏ ਨੇ। ਉਹਨਾਂ ਜ਼ਰੀਆਂ ਦੇ ਨਾਲ ਉਹ ਹੋਰ ਵੱਧ ਅਮੀਰ ਹੁੰਦਾ ਜਾਂਦਾ ਹੈ। ਗਰੀਬ ਵਿਚਾਰੇ ਕੋਲ ਨਾ ਨੌਕਰੀ ਚਾਕਰੀ, ਨਾ ਕਾਰੋਬਾਰ ਲਈ ਇੰਨਾ ਵੱਡਾ ਪੈਸਾ, ਗਰੀਬ ਦਿਨ ਬ ਦਿਨ ਗਰੀਬ ਹੁੰਦਾ ਜਾਂਦਾ। ਇਹ ਕੁਦਰਤੀ ਗੱਲ ਹੈ। ਦੇਸ਼ ਦੀ ਇਕਾਨਮੀ ਜੋ ਹੈ ਉਹ ਉਤਨੀ ਹੈ, ਦੇਸ਼ ਦਾ ਪੈਸਾ ਤਾਂ ਉਤਨਾ ਹੀ ਹੈ ਜਿਤਨਾ ਉਹ ਹੈ, ਇਹ ਵੱਧ ਨਹੀਂ ਜਾਣਾ। ਅਤੇ ਅਗਰ ਦੇਸ਼ ਦੇ 20% ਅਮੀਰ ਲੋਕ 80% ਧਨ ਆਪਣੇ ਥੱਲੇ ਦਬਾ ਕੇ ਬਹਿ ਜਾਣਗੇ ਤਾਂ ਬਾਕੀ ਜਿਹੜੀ 80% ਜਨਤਾ ਬਚੇਗੀ ਉਹ ਤਾਂ 20% ਨਾਲ ਹੀ ਗੁਜ਼ਾਰਾ ਕਰੇਗੀ ਨਾ। ਉਹਨਾਂ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ? ਤੋ ਇਹ ਜਿਹੜਾ ਸਿਧਾਂਤ ਹੈ ਬਹੁਤ ਵੱਡਾ ਸਿਧਾਂਤ ਹੈ, ਮਹਾਨ ਸਿਧਾਂਤ ਹੈ, ਜਿਹੜਾ ਸੰਸਾਰ ਦੇ ਇੱਕ ਬਹੁਤ ਵੱਡੀ ਨਾਇਨਸਾਫੀ, ਬਹੁਤ ਵੱਡੀ ਧੋਖਾ, ਬੇਈਮਾਨੀ, ਝੂਠ, ਪਖੰਡ, ਰਿਸ਼ਵਤਖੋਰੀ ਇਸ ਨੂੰ ਖਤਮ ਕਰ ਸਕਦਾ ਹੈ। ਅਗਰ ਹਰ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਾਵਨ ਸਿਧਾਂਤ ਨੂੰ ਮੰਨ ਲਵੇ ਕਿ ਮੈਂ ਨੇਕ ਕਿਰਤ ਕਮਾਈ ਕਰਕੇ ਆਪ ਖਾਵਾਂਗਾ, ਆਪਣੇ ਪਰਿਵਾਰ ਦਾ ਨਿਰਵਾਹ ਕਰਾਂਗਾ, ਮੈਂ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਾਂਗਾ, ਤੋ ਮੇਰੇ ਖਿਆਲ ਹੈ ਇਹ ਕਰਪਸ਼ਨ ਵਰਗੇ ਮਹਿਕਮੇ ਹੀ ਖਤਮ ਕੀਤੇ ਜਾ ਸਕਦੇ ਨੇ। ਅਗਰ ਹਰ ਇਨਸਾਨ ਖੁਦ ਹੀ ਆਪਣਾ ਧਰਮ ਸਮਝ ਜਾਏ, ਆਪਣਾ ਫਰਜ਼ ਸਮਝ ਜਾਏ ਕਿ ਮੈਨੂੰ ਪਰਮਾਤਮਾ ਨੇ ਇਨਸਾਨ ਬਣਾ ਕੇ ਪੈਦਾ ਕੀਤਾ, ਇਨਸਾਨਾਂ ਵਾਲੇ ਕੰਮ ਕਰਾਂ, ਮੈਂ ਜਾਨਵਰ ਖਾਣ ਵਾਲੇ, ਮੁਰਦਾ ਖਾਣ ਵਾਲੇ ਕੰਮ ਨਾ ਕਰਾਂ, ਮੈਂ ਕਿਸੇ ਦਾ ਹੱਕ ਨਾ ਮਾਰਾਂ। ਜਿਸ ਤਰ੍ਹਾਂ ਮੈਂ ਆਪਣੇ ਹੱਕ ਲਈ ਲੜਦਾ ਹਾਂ, ਮੈਂ ਕਿਸੇ ਦੇ ਹੱਕ ਮਾਰਦਾ ਤੇ ਉਹਦਾ ਵੀ ਤਾਂ ਹੱਕ ਹੈ ਕਿ ਉਹ ਆਪਣੀ ਚੀਜ਼ ਦਾ ਆਪ ਇਸਤੇਮਾਲ ਕਰੇ, ਕਿਸੇ ਦੀ ਚੀਜ਼ ਮੈਂ ਖੋ ਕੇ ਨਾ ਖਾਵਾਂ। ਤੋ ਇਹਦੇ ਨਾਲ ਚੋਰੀ ਚਕਾਰੀ, ਰਿਸ਼ਵਤਖੋਰੀ, ਡਾਕਾਜ਼ਾਨੀ ਸਭ ਕੁਝ ਖਤਮ ਹੋ ਜਾਂਦਾ ਹੈ। ਕਿਤਨੇ ਜੁਰਮ ਜਿਹੜੇ ਨੇ ਕੇਵਲ ਇੱਕ ਇਸ ਸਿਧਾਂਤ ਨੂੰ ਮੰਨਣ ਨਾਲ ਕਿ ਗਲਤ ਕਮਾਈ ਨਹੀਂ ਕਰਨੀ, ਨੇਕ ਕਿਰਤ ਕਰਨੀ, ਆਪਣੀ ਮਿਹਨਤ ਦੀ ਖਾਣੀ ਹੈ, ਫਿਰ ਉਹਦੇ ਵਿੱਚ ਵੀ ਵੰਡ ਛਕਣਾ। ਵੰਡ ਛਕਣ ਦੀ ਮਰਿਆਦਾ ਜਿਹੜੀ ਹੈ, ਇਹ ਜਿਹੜਾ ਕਿਸੇ ਕਾਰਨ ਕਮਾ ਨਹੀਂ ਸਕਦਾ, ਕੋਈ ਬੇਰੁਜ਼ਗਾਰ ਹੈ ਜਾਂ ਅੰਗਹੀਨ ਹੈ ਜਾਂ ਕਮਾਈ ਦੇ ਉਹਦੇ ਕੋਲ ਸਾਧਨ ਨਹੀਂ ਹਨ ਜਾਂ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਹੈ, ਵੰਡ ਛਕਣ ਦੀ ਮਰਿਆਦਾ ਉਹਨਾਂ ਦਾ ਪੇਟ ਵੀ ਭਰ ਸਕਦੀ ਹੈ, ਉਹਨਾਂ ਦੀ ਜ਼ਰੂਰਤਾਂ ਵੀ ਪੂਰੀਆਂ ਕਰ ਸਕਦੀ ਹੈ। ਇਸ ਵਾਸਤੇ ਮੈਂ ਸਮਝਦਾ ਕਦੇ ਇਸ ਚੀਜ਼ ਦਾ ਐਸਟੀਮੇਟ ਤਾਂ ਨਹੀਂ ਕਿਦੋਂ ਮਿਲਿਆ, ਲੇਕਿਨ ਮੇਰੇ ਅੰਦਾਜ਼ੇ 'ਚ ਘੱਟ ਤੋਂ ਘੱਟ ਵੀ ਇਸ ਭਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਗੁਰੂ ਘਰਾਂ ਦੇ ਲੰਗਰਾਂ ਵਿੱਚ 50 ਲੱਖ ਤੋਂ ਵੱਧ ਬੰਦਾ ਮੇਰੇ ਖਿਆਲ ਵਿੱਚ ਰੋਜ਼ ਫਰੀ ਲੰਗਰ ਛਕਦਾ ਹੋਵੇਗਾ। ਕੇਵਲ ਦਰਬਾਰ ਸਾਹਿਬ ਵਿੱਚ ਹੀ 1.5-2 ਲੱਖ ਬੰਦਾ ਰੋਜ਼ ਲੰਗਰ ਛਕਦਾ ਹੈ, ਗੁਰਪੁਰਬਾਂ ਦੇ ਇਹਦੇ ਕੋਲੋਂ ਵੱਧ ਛਕਦਾ ਹੈ। ਇਹੋ ਹੀ ਮਰਿਆਦਾ ਨਿਭਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਨਣ ਵਾਲੇ। ਤੋ ਅਗਰ ਹਰ ਸੰਸਾਰ ਦਾ ਵਿਅਕਤੀ ਇਸ ਗੱਲ ਨੂੰ ਸਮਝ ਜਾਏ ਕਿ ਨੇਕ ਕਿਰਤ ਕਰਨੀ ਔਰ ਵੰਡ ਛਕਣ ਦੀ ਮਰਿਆਦਾ ਸੰਸਾਰ ਨੂੰ ਸਵਰਗ ਬਣਾ ਸਕਦੀ ਹੈ, ਸਵਰਗ ਬਣਾ ਸਕਦੀ ਹੈ। ਸਵਰਗਾਂ ਦੇ ਉੱਪਰ ਜਾ ਕੇ ਲਾਲਸਾ ਕਰਨ ਦੀ ਲੋੜ ਨਹੀਂ, ਇਸੇ ਸੰਸਾਰ ਨੂੰ ਸਵਰਗ ਬਣਾ ਸਕਦੇ ਹਾਂ। ਇਸ ਸੰਸਾਰ ਨੂੰ ਅਗਰ ਨਰਕ ਬਣਾਇਆ ਤੇ ਇਨਸਾਨ ਦੀਆਂ ਮੰਦੀਆਂ ਹਰਕਤਾਂ ਨੇ, ਇੱਕ ਦੂਜੇ ਉੱਤੇ ਹਾਵੀ ਹੋ ਕੇ ਨਾਜਾਇਜ਼ ਵਸੀਲਿਆਂ ਨਾਲ ਇੱਕ ਦੂਜੇ ਦੇ ਹੱਕ ਮਾਰਨੇ, ਜਿੰਨੇ ਲੜਾਈ ਝਗੜੇ, ਜ਼ਮੀਨਾਂ ਦੇ ਝਗੜੇ, ਇੱਕ ਦੂਜੇ ਦੀ ਜ਼ਮੀਨਾਂ ਮਲਣੀਆਂ, ਇੱਕ ਦੂਜੇ ਦੇ ਪਲਾਟ ਮਲਣੇ, ਝੋਂਪੜੀਆਂ ਢਾ ਕੇ ਕੋਠੀਆਂ ਬਣਾਉਣੀਆਂ, ਇਹ ਜਦੋਂ ਬੰਦਾ ਨਾਜਾਇਜ਼ ਕੰਮ ਕਰਨੇ ਛੱਡ ਦੇਵੇਗਾ ਤੇ ਆਪਣੇ ਆਪ ਹੀ ਸਾਰੇ ਸੁੱਖ ਹੋ ਜਾਂਦੇ ਨੇ, ਸਾਰੇ ਕਲੇਸ਼ ਦੁੱਖ ਮੁੱਕ ਜਾਂਦੇ ਨੇ। ਤੋ ਇਹ ਇੱਕ ਬਹੁਤ ਵੱਡਾ ਮਹਾਨ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਉਸ ਵਾਰ ਦੇਖਿਆ ਜਾਏ ਤੇ ਮੁੱਖ ਤੌਰ 'ਤੇ 3 ਗੱਲਾਂ ਦੇ ਵਿੱਚ ਫਿਲਾਸਫੀ ਆਉਂਦੀ ਹੈ। ਪਹਿਲੀ ਕਿ ਇੱਕ ਪਰਮਾਤਮਾ ਵਿਸ਼ਵਾਸ ਕਰਨਾ ਵੀ ਉਹ ਸਭ ਦਾ ਸਾਂਝਾ ਸਾਹਿਬ ਬਾਪ ਹਮਾਰਾ ਹੈ, ਉਹਦਾ ਨਾਮ ਜਪਣਾ, ਉਹਦੀ ਡਰ ਭੈ ਭਾਵਨਾ ਵਿੱਚ ਉਹਦੀ ਰਜ਼ਾ ਹੁਕਮੀ ਤੁਰਨਾ। ਤੇ ਦੂਜੀ ਆ ਗਈ ਨੇਕ ਕਿਰਤ ਕਰਨੀ, ਮਿਹਨਤ ਕਰਕੇ ਕਮਾਈ ਕਰਨੀ, ਕਿਸੇ ਦਾ ਹੱਕ ਨਹੀਂ ਮਾਰਨਾ। ਤੇ ਤੀਜੀ ਆ ਗਈ ਵੰਡ ਛਕਣਾ, ਵੀ
एक दूजे की जरूरत पूरी करनी, इंसानी फर्ज समझ के ये चीज़ करनी, ये एक बहुत वड्डा सिद्धांत गुरु ग्रंथ साहब ने दिता है, जिस दे उत्ते इंसान पहरा देवे तो ये जो संसार नूं असीं नरक बना के रखिया है। परमात्मा ने घाटा किसी का नहीं रखिया, इत्थे किसी पदार्थ का घाटा नहीं है, ना धन दौलत का घाटा है, ना खाण पीण वाले पदार्थों का घाटा है। ये घाटा असां लोगों ने पाया, जखीरा अंदोजी करने वाले ने अपने घर भर के, बैंक भर के, इस पैसे को अगर संसार में वंडिया जाए तो कोई गरीब नहीं रह जाता, किसी की कोई जरूरत कमी नहीं रह जाती। तो अगर हर इंसान इस सिद्धांत को सिर झुका दे तो संसार जरूर स्वर्ग बन सकता है। वाहिगुरू जी का खालसा, वाहिगुरू जी की फतेह।